Good morning. The topic for today's lecture is elements of an optical fiber communication system. As we know that the important component of an optical fiber communication system is based upon optical ray theory, and the medium which makes it possible is called optical fiber. Yesterday I heard a news that our Prime Minister, Mr. Narendra Modi, has started a project in which a communication is possible from the south end of India to the Andaman Nicobar. So, the residents of Andaman and Nicobar will be now availing the facility of high-speed networks. So, there will be fast processing of data, fast communication will be possible. And you will be glad to know that the person behind the invention of this optical fiber was an Indian. His name is Sardar Narendra Singh Kapani. Now, we will view a video in which you will be glad to know how the various stages of invention by Sardar Narendra Singh Kapani has lightened the communication system. ਕੀ ਤੁਸੀਂ ਕਦੀ ਸੋਚਿਆ ਹੈ ਕਿ ਜਦੋਂ ਤੁਸੀਂ ਆਪਣੇ ਮੋਬਾਈਲ ਤੋਂ ਹੈਲੋ ਜਾਂ ਵਾਹਿਗੁਰੂ ਜਾਂ ਕੁਝ ਵੀ ਲਿਖ ਕੇ ਸੈਂਡ ਕਰਦੇ ਹੋ ਤਾਂ ਉਹ ਸੁਨੇਹਾ ਸਾਡੇ ਸੁਨੇਹਿਆਂ ਤੱਕ, ਭਾਵੇਂ ਉਹ ਅਮਰੀਕਾ ਬੈਠੇ ਨੇ, ਭਾਵੇਂ ਪੰਜਾਬ 'ਚ, ਭਾਵੇਂ ਕਿਤੇ ਵੀ ਬੈਠੇ ਨੇ, ਉਸ ਤੱਕ ਇੰਨੀ ਜਲਦੀ ਕਿੱਦਾਂ ਪਹੁੰਚ ਜਾਂਦਾ ਹੈ? ਇੰਨੀ ਸਪੀਡ ਕਿਸ ਵਿੱਚ ਹੈ? ਜਾਂ ਫਿਰ ਇਹ ਜਾਦੂ ਹੈ? ਮੇਰੀ ਨਜ਼ਰ ਵਿੱਚ ਤਾਂ ਇੱਕ ਜਾਦੂ ਹੀ ਹੈ ਅਤੇ ਉਸ ਜਾਦੂ ਨੂੰ ਚਲਾਉਣ ਵਾਲੇ ਦਾ ਨਾਮ ਹੈ ਸਰਦਾਰ ਨਰਿੰਦਰ ਸਿੰਘ ਕਪਾਨੀ। ਬਚਪਨ ਵਿੱਚ ਨਰਿੰਦਰ ਸਿੰਘ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਇੱਕ ਕੈਮਰਾ ਦਿੱਤਾ ਸੀ ਜੋ ਕਿ ਕੋਡਕ ਕੈਮਰਾ ਸੀ। ਉਸ ਕੈਮਰੇ ਨੂੰ ਵੇਖ ਕੇ ਉਹ ਸੋਚਦਾ ਹੈ ਕਿ ਇਹ ਕੈਮਰਾ ਫੋਟੋ ਕਿੰਝ ਤਿਆਰ ਕਰ ਲੈਂਦਾ ਹੈ। ਇਸ ਫੋਟੋ ਤੋਂ ਹੀ ਸਾਰੀ ਕਹਾਣੀ ਸ਼ੁਰੂ ਹੋਈ ਜੋ ਕਿ ਅੱਗੇ ਜਾ ਕੇ ਇੱਕ ਵੱਡੀ ਕ੍ਰਾਂਤੀਕਾਰੀ ਖੋਜ ਬਣੀ। ਇਹ ਫੋਟੋ ਕਿਵੇਂ ਨੈਟ ਰਾਹੀਂ ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚਦੀ ਹੈ, ਪਹਿਲਾਂ ਤਾਂ ਇਸ ਤੇ ਖੋਜ ਕੀਤੀ, ਫਿਰ ਉਸ ਤੋਂ ਬਾਅਦ ਜਦ ਪਤਾ ਲੱਗਾ ਕਿ ਇਸ ਦਾ ਰਾਜ ਕੀ ਹੈ ਤਾਂ ਇਸ ਤੋਂ ਬਾਅਦ ਇਹਨਾਂ ਨੇ ਇੱਕ ਆਪਣੀ ਖੋਜ ਕੀਤੀ। ਉਹ ਕੀ ਸੀ ਉਹ ਮੈਂ ਤੁਹਾਨੂੰ ਸੰਖੇਪ ਵਿੱਚ ਦੱਸਦਾ। ਪਹਿਲਾਂ ਜਦ ਲੋਕ ਇੰਟਰਨੈਟ ਚਲਾਉਂਦੇ ਸਨ ਜਾਂ ਕੋਈ ਤਸਵੀਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਂਦੇ ਸਨ ਤਾਂ ਉਸ ਵੇਲੇ ਤਾਂਬੇ ਦੀ ਤਾਰ ਯਾਨੀ ਕਾਪਰ ਦਾ ਇਸਤੇਮਾਲ ਕੀਤਾ ਜਾਂਦਾ ਸੀ ਤੇ ਉਸ ਵੇਲੇ ਜਦੋਂ ਤਸਵੀਰ ਨੂੰ ਅਪਲੋਡ ਕਰਨਾ ਜਾਂ ਡਾਊਨਲੋਡ ਕਰਨ ਦੀ ਸਪੀਡ ਬਹੁਤ ਹੀ ਮੱਧਮ ਹੁੰਦੀ ਸੀ। ਪਰ ਸਰਦਾਰ ਨਰਿੰਦਰ ਸਿੰਘ ਜੀ ਨੇ ਇੱਕ ਐਸੀ ਖੋਜ ਕੀਤੀ ਜਿਸ ਨੇ ਦੁਨੀਆ ਹੀ ਬਦਲ ਦਿੱਤੀ। ਉਹਨਾਂ ਨੇ ਉਸੇ ਹੀ ਤਸਵੀਰ ਨੂੰ ਇੱਕ ਸ਼ੀਸ਼ੇ ਦੇ ਰਾਹੀਂ ਰੋਸ਼ਨੀ ਦੀ ਮਦਦ ਨਾਲ ਦੂਸਰੀ ਜਗ੍ਹਾ ਭੇਜਿਆ। ਇਸ ਉੱਤੇ ਉਹਨਾਂ ਨੇ ਬੜੇ ਸਾਰੇ ਲੇਖ ਲਿਖੇ ਤੇ ਕਿਤਾਬਾਂ ਵੀ ਲਿਖੀਆਂ। ਸੋ ਜਿਵੇਂ ਸੂਰਜ ਦੀ ਰੋਸ਼ਨੀ ਦੀ ਸਪੀਡ ਜਾਂ ਚਾਲ ਜਾਂ ਤੋਰ ਉਹ ਬਹੁਤ ਹੀ ਤੇਜ਼ ਹੈ, 1 ਸੈਕਿੰਡ 'ਚ ਕਿਤੇ ਤੋਂ ਕਿਤੇ ਪਹੁੰਚ ਜਾਂਦੀ ਹੈ। ਬਸ ਉਸੇ ਹੀ ਤਰੀਕੇ ਨੂੰ ਸਰਦਾਰ ਨਰਿੰਦਰ ਸਿੰਘ ਜੀ ਨੇ ਇੱਕ ਨਵਾਂ ਰੂਪ ਦਿੱਤਾ ਅਤੇ ਤਸਵੀਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਲਈ, ਭਾਵ ਡਾਟਾ ਟ੍ਰਾਂਸਫਰ ਕਰਨ ਲਈ ਰੋਸ਼ਨੀ ਦਾ ਇਸਤੇਮਾਲ ਕੀਤਾ ਅਤੇ ਉਸ ਨੂੰ ਨਾਮ ਦਿੱਤਾ ਫਾਈਬਰ ਆਪਟੀਕਲ। ਇਸ ਤੋਂ ਪਹਿਲਾਂ ਕੋਈ ਨਹੀਂ ਸੀ ਜਾਣਦਾ ਕਿ ਇਹ ਕਿਸ ਸ਼ੈ ਦਾ ਨਾਮ ਹੈ। ਇਹ ਨਾਮ ਸਰਦਾਰ ਨਰਿੰਦਰ ਸਿੰਘ ਜੀ ਦੀ ਦੇਣ ਹੈ। ਇਸੇ ਲਈ ਹੀ ਦੁਨੀਆ ਇਹਨਾਂ ਨੂੰ ਦ ਫਾਦਰ ਆਫ ਫਾਈਬਰ ਆਪਟੀਕਸ ਕਹਿੰਦੇ ਹਨ, ਕਿਉਂਕਿ ਇਹ ਉਹਨਾਂ ਦੇ ਜਨਮਦਾਤੇ ਹਨ। ਪਹਿਲਾਂ ਨੈਟ ਚਲਾਉਣ ਲਈ ਕਾਪਰ ਦਾ ਪ੍ਰਯੋਗ ਹੁੰਦਾ ਸੀ, ਭਾਵ ਇਲੈਕਟ੍ਰੋਨ ਰਾਹੀਂ ਨੈਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਉਣਾ। ਜਿਸ ਤਰ੍ਹਾਂ ਕਿ ਅਸੀਂ ਹਰ ਪਾਸੇ ਦੇਖਦੇ ਹਾਂ ਇਹ ਤਾਰਾਂ,
ਸਾਡੇ ਘਰ ਵਿੱਚ ਪਹਿਲਾਂ ਇਹ ਤਾਂਬੇ ਦੀ ਤਾਰ ਵਾਲੇ ਟੈਲੀਫੋਨ ਨਜ਼ਰ ਆਉਂਦੇ ਸਨ, ਪਰ ਜਦ ਇਸ ਕਾਪਰ ਨੂੰ ਇਸ ਤਾਰ ਨੂੰ ਦੂਰ ਤੱਕ ਪਹੁੰਚਾਇਆ ਜਾਂਦਾ ਸੀ ਤਾਂ ਇਸ ਦੀ ਸਪੀਡ ਜੋ ਹੈ ਘਟ ਜਾਂਦੀ ਸੀ। ਪਰ ਸਰਦਾਰ ਨਰਿੰਦਰ ਸਿੰਘ ਜੀ ਦੀ ਖੋਜ ਤੋਂ ਬਾਅਦ, ਯਾਨੀ ਫਾਈਬਰ ਆਉਣ ਤੋਂ ਬਾਅਦ, ਉਹੀ ਡਾਟਾ ਹੁਣ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਬੜੀ ਹੀ ਤੇਜ਼ੀ ਨਾਲ ਪਹੁੰਚਦਾ ਹੈ ਤੇ ਉਸ ਦੀ ਸਪੀਡ ਵੀ ਘੱਟ ਨਹੀਂ ਹੁੰਦੀ, ਕਿਉਂਕਿ ਉਸ ਦੀ ਸਪੀਡ 2 ਲੱਖ ਕਿਲੋਮੀਟਰ ਪਰ ਸੈਕਿੰਡ ਹੈ। ਅਮਰੀਕਾ ਤੋਂ ਇੰਡੀਆ ਦੀ ਦੂਰੀ ਸਿਰਫ 13 ਤੋਂ 14,000 ਕਿਲੋਮੀਟਰ, ਪਰ ਫਾਈਬਰ ਆਪਟਿਕਸ 1 ਸੈਕਿੰਡ ਵਿੱਚ ਤੁਹਾਡੀ ਤਸਵੀਰ ਨੂੰ ਜਾਂ ਤੁਹਾਡਾ ਡਾਟਾ ਨੂੰ ਪੂਰੀ ਧਰਤੀ ਦਾ ਚੱਕਰ ਲਾ ਕੇ ਤੁਹਾਡੇ ਕੋਲ ਪਹੁੰਚਾ ਦਿੰਦਾ ਹੈ, ਉਹ ਵੀ 1 ਸੈਕਿੰਡ 'ਚ। ਇਹ ਦੇਣ ਸੀ ਸਰਦਾਰ ਨਰਿੰਦਰ ਸਿੰਘ ਕਪਾਨੀ ਜੀ ਦੀ। ਇਹ ਟੈਕਨੋਲੋਜੀ ਸਿਰਫ ਇੰਟਰਨੈਟ ਲਈ ਹੀ ਨਹੀਂ ਬਲਕਿ ਡਾਕਟਰੀ ਖੇਤਰ ਵਿੱਚ ਵੀ ਵਰਤੀ ਜਾਂਦੀ ਹੈ। ਤੁਸੀਂ ਅੱਜਕੱਲ ਵੇਖਿਆ ਹੋਵੇਗਾ ਕਿ ਨਵੀਂ ਤਕਨੀਕ ਹੈ ਕਿ ਪੇਟ ਜਾਂ ਸਰੀਰ ਦੇ ਕਿਸੇ ਹਿੱਸੇ ਅੰਦਰ ਕੋਈ ਬਿਮਾਰੀ ਹੈ ਤਾਂ ਡਾਕਟਰ ਉੱਥੇ ਇੱਕ ਨਲੀ ਰਾਹੀਂ ਕੈਮਰਾ ਪਾ ਕੇ ਚੈੱਕ ਕਰਦੇ ਹਨ ਕਿ ਬਿਮਾਰੀ ਕਿੱਥੇ ਹੈ, ਇਸ ਨੂੰ ਕਿੰਝ ਠੀਕ ਕਰਨਾ ਹੈ। ਇਹ ਤਕਨੀਕ ਵੀ ਫਾਈਬਰ ਆਪਟਿਕਸ ਦੀ ਹੀ ਦੇਣ ਹੈ। ਸੋ ਇਹ ਸਨ ਇਹਨਾਂ ਦੀਆਂ ਖੋਜਾਂ। ਇਹ ਸਿਰਫ ਵਿਗਿਆਨ ਦੇ ਖੇਤਰ ਵਿੱਚ ਹੀ ਨਹੀਂ ਬਲਕਿ ਧਾਰਮਿਕ ਖੇਤਰ ਵਿੱਚ ਹੀ ਇਹਨਾਂ ਨੇ ਇੱਕ ਸੰਸਥਾ ਦੀ ਖੋਜ ਕੀਤੀ ਜਿਸ ਦਾ ਨਾਮ ਹੈ ਸਿੱਖ ਫਾਊਂਡੇਸ਼ਨ, ਜਿਸ ਨੂੰ 1967 ਵਿੱਚ ਸ਼ੁਰੂ ਕੀਤਾ। ਇਸ ਵਿੱਚ ਸਿੱਖ ਪੰਥ ਨਾਲ ਜੁੜੀਆਂ ਪੁਰਾਤਨ ਵਸਤਾਂ ਨੂੰ ਅਤੇ ਉਹਨਾਂ ਦੇ ਇਤਿਹਾਸ ਨੂੰ ਜਿਉਂਦਾ ਰੱਖਿਆ ਜਾਂਦਾ ਹੈ। ਸੋ ਹੁਣ ਗੱਲ ਕਰਦੇ ਆ ਉਹਨਾਂ ਦੇ ਜੀਵਨ ਦੀ ਸੰਖੇਪ ਜੀ। ਉਹਨਾਂ ਦਾ ਜਨਮ ਜੋ ਹੈ ਮੋਗੇ ਵਿੱਚ 31 ਅਕਤੂਬਰ 1926 ਨੂੰ ਹੋਇਆ। ਬਚਪਨ ਮੋਗੇ ਵਿੱਚ ਗੁਜ਼ਾਰ ਕੇ ਉਹ ਦੇਹਰਾਦੂਨ ਚਲੇ ਗਏ। ਉੱਥੇ ਉਹਨਾਂ ਦੇ ਪਿਤਾ ਨੇ ਗੁਰੂ ਨਾਨਕ ਪ੍ਰਾਇਮਰੀ ਸਕੂਲ ਸ਼ੁਰੂ ਕੀਤਾ ਜੋ ਬਾਅਦ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਬਣਿਆ। ਇਸੇ ਨਾਮ ਨਾਲ ਬਾਅਦ ਵਿੱਚ 2 ਕਾਲਜ ਬਣੇ, ਇੱਕ ਮੁੰਡਿਆਂ ਦਾ ਇੱਕ ਕੁੜੀਆਂ ਦਾ। ਉਹਨਾਂ ਦੇ ਪਿਤਾ ਨੇ ਬਿਨਾਂ ਕੋਈ ਪੈਸਾ ਲਏ ਇਹਨਾਂ ਸੰਸਥਾਵਾਂ ਦੀ ਸਥਾਪਨਾ ਤੇ ਪ੍ਰਬੰਧ 94 ਸਾਲ ਦੀ ਉਮਰ ਤੱਕ ਕੀਤੇ ਤੇ ਇੰਜ ਮਿਹਨਤ, ਉਦਮ, ਸੇਵਾ ਤੇ ਸਿੱਖ ਸਿਧਾਂਤਾਂ ਨਾਲ ਪ੍ਰਤੀਬੱਧਤਾ ਨਰਿੰਦਰ ਸਿੰਘ ਨੂੰ ਵਿਰਸੇ ਵਿੱਚ ਮਿਲੀ। ਉਹਨਾਂ ਨੇ ਆਗਰਾ ਯੂਨੀਵਰਸਿਟੀ ਤੋਂ BSc ਕੀਤੀ, ਫਿਰ ਇੰਪੀਰੀਅਲ ਕਾਲਜ ਲੰਡਨ ਚਲੇ ਗਏ ਅਤੇ ਉੱਥੇ ਉਹਨਾਂ ਨੇ ਪੜ੍ਹਾਈ ਵੀ ਕੀਤੀ ਅਤੇ ਉਹ ਬਚਪਨ ਤੋਂ ਤਸਵੀਰ ਵਾਲੀ ਗੱਲ ਦੀ ਖੋਜ ਵੀ ਉਸਨੇ ਉੱਥੇ ਹੀ ਕੀਤੀ ਅਤੇ ਉਸੇ ਹੀ ਤਸਵੀਰ ਨੇ ਉਹਨਾਂ ਕੋਲ ਹੋਰ ਵੀ ਬੜੀਆਂ ਸਾਰੀਆਂ ਖੋਜਾਂ ਕਰਵਾਈਆਂ। ਉਹਨਾਂ ਨੇ ਆਪਣੇ ਨਾਮ ਤੇ ਕਈ ਪੈਟੈਂਟ ਵੀ ਕਰਵਾਏ। ਜੇ ਹੋਰ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ 1960 ਵਿੱਚ ਉਹਨਾਂ ਨੇ ਐਪਟਿਕਸ ਟੈਕਨੋਲੋਜੀ ਇਨਕੋਰਪੋਰੇਟਡ ਸਥਾਪਿਤ ਕੀਤਾ। ਫਿਰ 1973 ਵਿੱਚ ਵੀ ਕੰਪਨੀ ਸਥਾਪਿਤ ਕੀਤੀ ਅਤੇ ਜੇ ਇਨਾਮਾਂ ਦੀ ਗੱਲ ਕਰੀਏ ਤਾਂ 1999 ਵਿੱਚ ਫਾਰਚੂਨ ਮੈਗਜ਼ੀਨ ਨੇ ਬੀਤੀ ਸਦੀ ਦੇ 7 ਮਹਾਨਾਇਕ ਉਦਯੋਗਪਤੀਆਂ ਵਿੱਚ ਉਹਨਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਅਨਸੰਗ ਹੀਰੋ ਵੀ ਕਿਹਾ ਜਾਂਦਾ। 1998 ਵਿੱਚ ਪੈਨ ਏਸ਼ੀਅਨ ਅਮਰੀਕਨ ਚੈਂਬਰ ਆਫ ਕਾਮਰਸ ਨੇ ਉਹਨਾਂ ਨੂੰ ਐਕਸਲੈਂਸ ਅਵਾਰਡ ਵੀ ਦਿੱਤਾ। 2004 ਵਿੱਚ ਭਾਰਤ ਸਰਕਾਰ ਨੇ ਪ੍ਰਵਾਸੀ ਭਾਰਤ ਸਨਮਾਨ ਵੀ ਦਿੱਤਾ। ਸਰਦਾਰ ਨਰਿੰਦਰ ਸਿੰਘ ਕਪਾਨੀ ਜੀ ਦਾ ਬੇਟਾ ਵੀ ਰਜਿੰਦਰ ਸਿੰਘ ਟੈਕਨੋਲੋਜੀ ਦੇ ਖੇਤਰ ਵਿੱਚ ਉੱਚੇ ਅਹੁਦੇ ਤੇ ਹੈ। ਉਹਨਾਂ ਦੀ ਬੇਟੀ ਕਿਰਨ ਕੌਰ ਵਕਾਲਤ ਦੀ ਪੜ੍ਹਾਈ ਕਰਨ ਉਪਰੰਤ ਅਟਾਰਨੀ ਅਤੇ ਫਿਲਮਸਾਜ਼ ਵਜੋਂ ਸਰਗਰਮ ਹੈ। ਉਹਨਾਂ ਦੀ ਅਗਲੇਰੀ ਪੀੜ੍ਹੀ ਦੇ 4 So, how was the video? I think most of the applications of optical fiber have been clear to you. But how this communication link is possible? My topic for today covers this point. As we know that the 3 components are required for any optical fiber communication link. The first part is the optical transmitter. The second part is optical receiver, and the third part, which is very important, is an optical fiber. So, number 1, optical transmitters. Number 2, optical fibers.
And number 3, optical receivers. Beyond these three important points, we require information source which is required to be transmitted through optical fiber. So, what do we mean by information source? Information source is a signal which can be of any audio form or video form or data form. The signal can be analog. Example, my speech is a analog signal. My video is a analog signal. Data can be analog or digital. Generally, analog signals are converted to digital form if we want to save in the computer memories. So, ultimate data will be digital. So, if we want to transmit my analog signal, which is an information source, or digital data through optical cables, I require three major components, which is optical transmitter, optical receiver, and the optical fiber. So, information source. It is clear now? It can be of analog form or digital form. It is given to the optical transmitter. Optical transmitter consists of optical sources. There are two types of optical sources. LED, light emitting diode, can be used as an optical source, or laser. Have you seen laser light? It is easily available in the market. That laser light can be useful to send the optical signal. Optical signal means light signal through a optical fiber. So both LED and laser requires modulation. Modulation means I require a carrier to carry my information source to a longer distance. Purpose of carrier is to carry the information signal to a longer distance. During this process, some characteristics of the carrier signal are varied. How? The carrier signal characteristics are varied in accordance with the information source. The resultant signal is called as modulated. Modulated signal. This modulated signal finally is passed on to the optical fiber for transmission. We have two types of optical fiber. One is single mode fiber, in which one mode of optical light can be transmitted. The second is multi-mode fibers, in which large number of optical modes can be transmitted. Beyond these two types of fiber,
Another category of optical fiber is there, which is known as graded index fibers. So each type of fiber has its own application and can be suitably used. But the ultimate purpose of all the fiber is to carry the light. When we pass the light to optical fiber, there are some losses in the fiber. Many reasons are there for losses, like absorption, scattering, bending losses. So ultimately, my signal lowers down to a very small value, and it will be very difficult to carry it further. But I want my transmission for a longer distance. Then, how it is possible? It is possible with the help of a repeater. Repeater. Repeater means repeat, to repeat. Repeat means whatever the signal goes to the repeater, it will reconvert the signal to its original form, original shape, original strength. So both shape will be modified and the strength will be modified before passing it to the optical fiber again. Now my light will go again through optical fiber. During this process, certain optical amplifiers will be there. Again, optical amplifier will increase the strength of the light signal, and my light signal can now travel a larger distance. Ultimately, the fiber goes to the optical receiver. Optical receiver, we are making use of photo detection process. Photo detection means when a light falls on certain material, a light will be there, electrical signal will be there. Example, solar cell. Have you seen solar cells installed at various places? The sunlight falls on the solar cell and the solar cell generates the electrical signal. The same photo detection principle is used in optical communication, but now here we are making use of specialized photo detectors. So then specialized photo detector means a device which can sense very small light signal and can convert it into a electrical signal. Then after certain modifications, my original information or electrical signal can be available at the output. So this is block diagram of optical fiber. So we can also explain the optical fiber in terms of that a transmitter require driver circuitry. Driver circuitry means to give the strength.
to a light signal. First, electrical signal, which can be speech or uh, light signal or video signal or data. It is converted and given to drive circuitry to give strength to run the light sources. The light sources generates a light. So light sources are laser and LED. It is given to the optical fiber. So after long distance, we can pass this optical light to regenerators for boosting. Boosting means air booster increase the strength, reshapes the signal, and again pass it on to the fiber for transmission. During this process, various techniques to connect the optical fiber like optical splices and connectors are used. Connectors is a temporary bonding between two fibers. Splice is a permanent bond between two fibers. Okay. Then the output of the regenerator goes to optical amplifier for further amplification of light signal, and ultimately it goes to the receiver. The first part is photodetector. Photodetector means, as I already told you, to detect the light, it the signal is amplified, again reshaped, reconverted, and finally whatever the electrical signal was available at the input, the same electrical signal is available at the output. So the information source, example, microphone. Microphone converts the sound waves into a signal which is voltage and current. This current and voltages are useful for processing and transmission through an optical cable. Similarly, video TV cameras can also be useful for converting images into current. Similarly, various techniques are there for data transmission. So you can view the first picture. This is a LED source, and this is a laser. LED is low power, multi-mode, less precise requirement for optical communication is there if we are using LED as a source. Laser, no doubt it is costly, but it has certain certain advantages. It has high power, high precise, very few attenuation, long distance applications are possible with the use of laser. We require modulators. In optical fiber, we will use fiber modulators. The modulator, as I already told you, in which information signal is added with carrier signal to to change the characteristics of the carrier signal. The carrier signal will be useful to carry the signal to a longer distance, along with other advantages. So this type of optical modulators are available in the market for modulation. Okay. So as I told you, I require one information signal. So my information signal is number one,
I require carrier to carry my signal to a longer distance. So this is my carrier number 2. When number 1 and number 2 means modulating signal and unmodulated carrier, they are mixed and modulated. The resultant signal is available, which is known as the modulated carrier. It looks like the figure 3. Ultimately, modulated signal is useful to generate the optical signals with the help of LED and laser. Information channel. Among the guided media, optical fiber is the best information channel. The information channel is the path between the transmitter and the receiver. In optical fiber communication, a glass or a plastic fiber is the channel. The desirable characteristics of the information channel are: number 1, it should be having low attenuation and large acceptance cone angle, means from any angle, maximum possible angle, we can pass our information signal into the optical cable because the light goes straight. Second, the fiber selected should be having low attenuation, means very few losses should be there. Presently, optical fiber has attenuation of 0.2 dB or less. So this is a photo detection principle, and we are making use of detectors. Here this detector, the light falls on the detector, and at the output electrical signal is generated. So this is very sensitive device. With this sensitive device we can convert a very small light into an electrical signal. Then we require signal processor, means during the channel a large noise is available which is mixed with the original signal, plus other addition multiplication of different sources of signals are there, and it requires proper filtration, and this process is known as signal processing. So with the help of signal processor and filters we can obtain the required information signal. So the same information is available at the output of the receiver. This was the this photo was transmitted at the input end. The same is available at the output end. Thank you. If you have any doubt, you can approach me through my email, which is mentioned. It is principalsspc@gmail.com. Thank you. I'm sure that you will find this video useful and give your love. Thank you.